ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਆਪ ਸਾਰੀਆਂ ਸੰਗਤਾਂ ਦੇ ਨਾਲ ਕੁਛ ਗੁਪਤ ਦੁਨੀਆ ਦੀ ਜਿਹੜੇ ਰਹੱਸ ਹਨ, ਭੇਦ ਵਾ, ਉਹਨਾਂ ਦੀ ਥੋੜ੍ਹੀ ਜਿਹੀ ਵਿਚਾਰ ਜਿਹੜੀ ਉਹ ਸਾਂਝੀ ਕਰਦਾ ਹੈ। ਇਸ ਗੁਪਤ ਦੁਨੀਆ ਦੇ ਅੰਦਰ ਕਈ ਤਰ੍ਹਾਂ ਦੀ ਦੁਨੀਆ ਹੈ। ਇਸ ਦੁਨੀਆ ਦੇ ਵਿੱਚ ਕਰਨ ਪਿਸਾਚਨੀ ਕੀ ਹੁੰਦੀ ਆ ਅਤੇ ਇਹ ਕੀ ਕੰਮ ਕਰਦੀ ਆ, ਇਹਦੀ ਇੱਕ ਨਾ ਥੋੜ੍ਹੀ ਜਿਹੀ ਵਿਚਾਰ ਜਿਹੜੀ ਹੈ ਆਪ ਸਾਰੀਆਂ ਸੰਗਤਾਂ ਦੇ ਨਾਲ ਗਿਆਨ ਦੇ ਤੌਰ 'ਤੇ ਜਿਹੜਾ ਹੈ ਸਾਂਝਾ ਕਰਦਾ, ਤਾਂ ਜੋ ਸਾਨੂੰ ਇਹਨਾਂ ਚੀਜ਼ਾਂ ਦਾ ਥੋੜ੍ਹਾ ਇਲਮ ਹੋ ਸਕੇ, ਗਿਆਨ ਹੋ ਸਕੇ ਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਹੁੰਦਾ ਕੀ ਹੈ ਅਤੇ ਇਹ ਜਿਹੜੀਆਂ ਗੁਪਤ ਦੁਨੀਆ ਦੀਆਂ ਚੀਜ਼ਾਂ ਹੈਗੀਆਂ ਕਿਵੇਂ ਕੰਮ ਕਰਦੀਆਂ। ਵੈਸੇ ਜੋ ਆਪਾਂ ਦੇਖਦੇ ਹਾਂ ਕਿ ਇਸ ਦੁਨੀਆ ਦੇ ਅੰਦਰ ਜਾਂ ਧਰਮ ਦੇ ਅੰਦਰ ਕਈ ਤਰ੍ਹਾਂ ਦੇ ਮੰਤਰ ਹੈ। ਇਹ ਜਿਹੜੇ ਮੰਤਰ ਹੈਗੇ ਆ, ਵੈਸੇ ਤਾਂ ਸਾਰੇ ਹੀ ਮੰਤਰ ਵਾਹਿਗੁਰੂ ਜੀ ਦਾ ਨਾਮ ਜਪਾਉਂਦੇ ਆ, ਪਰ ਕਈ ਮੰਤਰ ਐਸੇ ਹੁੰਦੇ ਆ ਜਿਹੜੇ ਪਰਮੇਸ਼ਰ ਨਾਲ ਤੋੜ ਵੀ ਦਿੰਦੇ ਆ। ਸੋ ਇਸ ਕਰਕੇ ਸਾਨੂੰ ਹੈ ਨਾ ਇਹਨਾਂ ਚੀਜ਼ਾਂ ਤੋਂ ਬੜਾ ਸੁਚੇਤ ਰਹਿਣਾ ਚਾਹੀਦਾ, ਭਾਵ ਕਿ ਇਹੋ ਜਿਹੇ ਮੰਤਰਾਂ ਦਾ ਜਿਹੜਾ ਸਾਨੂੰ ਬਿਲਕੁਲ ਬਾਈਕਾਟ ਕਰ ਦੇਣਾ ਚਾਹੀਦਾ ਹੈਗਾ, ਜਿਹੜੇ ਸਾਡੇ ਅੰਦਰ ਲੋਭ ਲਾਲਚ ਜਾਂ ਸਾਡਾ ਜਿਹੜਾ ਮਾਣ ਹੈਗਾ, ਜੋ ਉਪਮਾ ਹੈਗੀ ਆ, ਉਸ ਸੰਸਾਰ ਦੇ ਵਿੱਚ ਜਿਹੜੀ ਹੈਗੀ ਆ ਉਹ ਜ਼ਿਆਦਾ ਵਧਾਉਂਦੇ ਆ। ਸੋ ਇਹੋ ਜਿਹੇ ਮੰਤਰਾਂ ਤੋਂ ਸੰਕੋਚ ਕਰਨਾ ਚਾਹੀਦਾ। ਸਾਨੂੰ ਉਹ ਮੰਤਰ ਲੈਣੇ ਚਾਹੀਦੇ ਆ ਜਦ ਸਦਾ ਸਥਿਰ ਹੋਣ, ਭਾਵ ਕੀ ਹੈ, ਜ਼ਿੰਦਗੀ 'ਚ ਐਸੀ ਚੀਜ਼ ਕੋਈ ਨਹੀਂ ਲੈਣੀ ਜਿਹੜੀ ਸਦਾ ਨਾ ਹੋਵੇ ਅਤੇ ਸਦਾ ਸਥਿਰ ਨਾ ਹੋਵੇ। ਐਸੇ ਜਿਹੇ ਸੁੱਖ ਨੂੰ ਕਦੀ ਅਸੀਂ ਹੈ ਨਾ ਮਨ ਦੇ ਵਿੱਚ ਭਾਵਨਾ 'ਚ ਨਹੀਂ ਬਣਾਉਣਾ ਜਿਹੜਾ ਸੁੱਖ ਸਦਾ ਸਥਿਰ ਨਾ ਹੋਵੇ। ਸੋ ਕਹਿਣ ਤੋਂ ਭਾਵ ਹੈ ਅਸੀਂ ਉਹ ਚੀਜ਼ ਲੈਣੀ ਹੈ ਜਿਹੜੀ ਅਟਲ ਸੱਚਾਈ ਹੈ। ਅਟਲ ਸੱਚਾਈ ਹੈ ਨਾ ਇੱਕੋ ਹੀ ਆ, ਉਹ ਹੈ ਸੱਚ, ਚਿੱਤ ਅਤੇ ਆਨੰਦ। ਬਸ ਇਹਦੀ ਜਿਹੜੀ ਪ੍ਰਾਪਤੀ ਹੈ ਇਹੋ ਹੀ ਹਰੇਕ ਦਾ ਨਿਸ਼ਾਨਾ ਹੋਣਾ ਚਾਹੀਦਾ ਹੈਗਾ। ਸੋ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ, ਬਾਕੀ ਸਾਰੀਆਂ ਭੂਤ ਖੇਡਾਂ ਹੈਗੀਆਂ, ਪਰ ਆਮ ਕਰਕੇ ਜਿਹੜੇ ਲੋਭੀ ਸੱਜਣ ਹਨ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਤਰਲੋ ਮੱਛੇ ਹੋਏ ਰਹਿੰਦੇ ਆ, ਕਿਉਂਕਿ ਉਹ ਇਹਨਾਂ ਚੀਜ਼ਾਂ ਦੇ ਨੁਕਸਾਨ ਨਹੀਂ ਜਾਣਦੇ ਕਿ ਇਹਨਾਂ ਚੀਜ਼ਾਂ ਦੇ ਪਿੱਛੇ ਬੜੇ ਭਾਰੇ ਨੁਕਸਾਨ ਹੈਗੇ, ਜਾਂ ਬਹੁਤ ਭਾਰਾ ਪਛਤਾਵਾ ਵੀ ਜਿਹੜਾ ਹੈ ਨਾ ਉਹ ਇਸ ਮਨੁੱਖ ਨੂੰ ਅਖੀਰ ਦੇ ਵਿੱਚ ਝੱਲਣਾ ਪੈਂਦਾ। ਸੋ ਉਹਨਾਂ ਦੇ ਰਿਜ਼ਲਟ ਵੀ ਬੜੇ ਭੈੜੇ ਹੈਗੇ ਆ। ਸੋ ਸਾਨੂੰ ਹੁਣ ਇਹਨਾਂ ਤੋਂ ਬੜੇ ਸੁਚੇਤ ਹੋਣ ਦੀ ਲੋੜ ਹੈ। ਸੋ ਜਿਵੇਂ ਇੱਕ ਮਹਾਤਮਾ ਜਿਹੜੇ ਸੀ ਉਹ ਦੱਸਦੇ ਸੀ ਕਿ ਇੱਕ ਵਾਰ ਇੱਕ ਸੱਜਣ ਜਿਹੜੇ ਕਹਿੰਦੇ ਸਾਡੇ ਪਾਸ ਆਏ। ਹੁਣ ਜਿਹੜੇ ਮਹਾਤਮਾ ਹੈਗੇ ਆ ਬੜੇ ਉੱਚ ਕੋਟੀ ਦੇ ਮਹਾਤਮਾ ਹੈਗੇ ਆ, ਉਹਨਾਂ ਦੀ ਜਿਹੜੀ ਜਾਣਕਾਰੀ ਆ ਧਰਮ ਦੇ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਗਹਿਰੀ ਹੈਗੀ ਆ, ਬਹੁਤ ਬਰੀਕ ਹੈਗੀ ਆ। ਜਿਵੇਂ ਕਹਿ ਲਓ ਜਿਵੇਂ ਆਪਣੇ ਸੁੱਚੇ ਮੋਤੀ ਸਮੁੰਦਰ 'ਚ ਹੁੰਦੇ ਆ ਨਾ, ਅਤੇ ਬੜੇ ਗਹਿਰਾਈ 'ਚ ਹੁੰਦੇ ਆ, ਅਤੇ ਬਸ ਇਉਂ ਕਹਿ ਲਓ ਕਿ ਉਹ ਸੁੱਚੇ ਮੋਤੀ ਕੱਢ ਕੇ ਲਿਆਉਣ ਵਾਲੇ ਹੈ ਨਾ ਉਹ ਮਰਜੀਵੜੇ ਆ ਜਿਹੜੇ ਉਹ ਸੰਤ ਮਹਾਂਪੁਰਖ ਹੈਗੇ ਆ। ਸੋ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਵਾਰ ਕੋਈ ਸੱਜਣ ਕਹਿੰਦੇ ਮੇਰੇ ਕੋਲ ਆਏ ਅਤੇ ਮੈਨੂੰ ਕਹਿੰਦੇ ਕਹਿਣ ਲੱਗੇ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹੈਗਾ, ਬੜਾ ਪ੍ਰੇਮ ਕਰਦਾ, ਮੈਂ ਇਸ ਪ੍ਰੇਮ ਪਿਆਰ ਦੇ ਬਦਲੇ ਤੁਹਾਨੂੰ ਕੁਛ ਦੇਣਾ ਚਾਹੁੰਦਾ। ਕਹਿੰਦੇ ਅਸੀਂ ਉਹਦੇ ਵੱਲ ਬੜੀ ਉਤਸੁਕਤਾ ਦੇ ਨਾਲ ਦੇਖਿਆ, ਸੱਜਣ ਵੱਲ ਵੀ ਪੁੱਛਿਆ ਵੀ ਤੁਸੀਂ ਸਾਨੂੰ ਕੀ ਦੇਣਾ ਚਾਹੁੰਦੇ ਆ। ਕਹਿੰਦੇ ਮੈਂ ਉਹ ਚੀਜ਼ ਦੇਣੀ ਚਾਹੁੰਦਾ ਜਿਹੜੀ ਬਹੁਤ ਸਾਰੇ ਲੋਕ ਹੈ ਨਾ ਮੇਰੀਆਂ ਮਿਹਨਤਾਂ ਤਰਲੇ ਕਰਕੇ ਬਹੁਤ ਪੈਸੇ ਦੇ ਕੇ ਮੇਰੇ ਕੋਲ ਮੰਗਦੇ ਆ, ਪਰ ਮੈਂ ਕਿਸੇ ਨੂੰ ਨਹੀਂ ਦਿੱਤੀ ਅੱਜ ਤੱਕ, ਉਹ ਚੀਜ਼ ਮੇਰੇ ਪਾਸ ਹੈਗੀ। ਕਹਿੰਦੇ ਜਦੋਂ ਉਹ ਗੱਲ ਕਹੀ, ਕਹਿੰਦੇ ਚਲੋ ਸਾਡੀ ਵੀ ਉਹਦੀ ਗੱਲ ਸੁਣ ਕੇ ਨਾ ਮਨ 'ਚ ਥੋੜ੍ਹੀ ਜਿਹੀ ਉਤਸੁਕਤਾ ਜਿਹੀ ਵਧੀ। ਅਸੀਂ ਕਿਹਾ ਕਿ ਐਸੀ ਕਿਹੜੀ ਚੀਜ਼ ਆ। ਕਹਿੰਦੇ ਵੀ ਮੇਰੇ ਪਾਸ ਉਹ ਚੀਜ਼ ਹੈ ਜਿਹੜੀ ਤੁਹਾਨੂੰ ਸੰਸਾਰ ਦੇ ਵਿੱਚ ਆਪਣੇ ਪ੍ਰਸਿੱਧੀ ਜਿਹੜੀ ਹੈ ਦਵਾ ਸਕਦੀ ਹੈਗੀ ਆ, ਤੁਹਾਡੀ ਬੱਲੇ ਬੱਲੇ ਕਰਾ ਸਕਦੀ ਹੈਗੀ ਆ। ਕਹਿੰਦੇ ਅਸੀਂ ਹੋਰ ਵੀ ਹੈਰਾਨ ਹੋਏ ਸੀ ਕਿ ਵੀ ਐਸੀ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਦੇ ਨਾਲ ਹਾਸਲ ਕਰਨਾ ਸਾਡੇ ਸੰਸਾਰ 'ਚ ਪ੍ਰਸਿੱਧੀ ਹੋ ਸਕਦੀ ਆ, ਮਾਣ ਸਤਿਕਾਰ ਵੱਧ ਸਕਦਾ ਅਤੇ ਬੜਾ ਠਾਠ ਹੋ ਸਕਦਾ, ਬੜੀ ਅਮੀਰੀ ਪੈਸਾ ਧਨ ਦੌਲਤ ਵੀ ਹੋ ਸਕਦਾ, ਅਤੇ ਵੱਡੀਆਂ ਜਿਹੜੇ ਮਿਨਿਸਟਰ ਸਰਕਾਰਾਂ ਦੇ ਜਿਹੜੇ ਆਪਣੇ ਵਜ਼ੀਰ ਹੈਗੇ ਉਹ ਵੀ ਕਹਿੰਦੇ ਤਾਂ ਸਾਡੇ ਆਪਣੇ ਕਦਮਾਂ 'ਚ ਝੁਕ ਸਕਦੇ। ਐਸੀ ਕਿਹੜੀ ਚੀਜ਼ ਆ। ਕਹਿੰਦੇ ਉਹ ਸੱਜਣ ਮੈਨੂੰ ਕਹਿਣ ਲੱਗੇ ਕਿ ਮੇਰੇ ਪਾਸ ਕਰਨ ਪਿਸਾਚਨੀ ਮੰਤਰ ਹੈਗਾ। ਕਰਨ ਪਿਸਾਚਨੀ ਮੰਤਰ ਭਾਵ ਕੀ ਆ, ਉਹ ਮੰਤਰ ਵਾ ਜਿਹਦੇ ਨਾਲ ਕਰਨ ਪਿਸਾਚਨੀ ਜਿਹੜੀ ਹੈ ਨਾ ਇਹ ਵੱਸ ਵਿੱਚ ਆ ਜਾਂਦੀ ਆ। ਅਤੇ ਫਿਰ ਕਹਿੰਦੇ ਦੂਸਰਾ ਮੈਨੂੰ ਕਹਿਣ ਲੱਗੇ ਕਿ ਇਹ ਜਿਹੜੀ ਮੰਤਰ ਹੈ ਨਾ ਮੇਰੇ ਪਾਸ, ਇਸ ਨੂੰ ਸਿੱਧ ਕਰਨ ਨੂੰ ਕੋਈ ਜ਼ਿਆਦਾ ਜਾਣੀ ਟਾਈਮ ਨਹੀਂ ਲੱਗਦਾ। ਦੂਸਰੀ ਗੱਲ ਉਹਨੇ ਕਹੀ ਸੀ ਕਿ ਇਹ ਬੜਾ ਸਿੰਪਲ ਮੰਤਰ ਹੈਗਾ ਅਤੇ ਇਹਦੇ ਵਾਸਤੇ ਕੋਈ ਐਡੀ ਮੁਸ਼ੱਕਤ ਵੀ ਨਹੀਂ ਕਰਨੀ ਪੈਂਦੀ, ਪਰ ਮੈਂ ਚਾਹੁੰਦਾ ਕਿ ਤੁਸੀਂ ਉੱਚ ਕੋਟੀ ਦੇ ਮਹਾਤਮਾ ਹੈਗੇ ਆ, ਇਸ ਕਰਕੇ ਇਹ ਕਰਨ ਪਿਸਾਚਨੀ ਮੰਤਰ ਜਿਹੜਾ ਹੈ ਮੈਂ ਤੁਹਾਨੂੰ ਦਿੰਦਾ ਅਤੇ ਤੁਸੀਂ ਕੁਛ ਦਿਨ ਇਹਦਾ ਜਿਹੜਾ ਹੈਗਾ ਉਸ ਵਿਧੀ ਪੂਰਵਕ ਤੁਸੀਂ ਅਭਿਆਸ ਕਰਨਾ।
फिर ये जिहड़ा मंत्र है ना सिद्ध हो जाएगा, तो कर्ण फसाचनी जिहड़ी है कहंदे सिद्ध हो जाऊगी। कहंदे जदों इन्नी गल होई तो कहंदे फिर असीं पुछया भी जिहड़ा मंत्र जिहड़ा तुसीं दिंदे आ ये किस तरह तुसीं अपने करदे आ, जां तूं किस तरह कीता हैगा। फिर कहंदे उन्हें मैनूं हुण ये चीज़ दसी सी कि एक है ना थोड़ा जिहा रूं लै लेना, छोटा जिहा हल्का जिहा, छोटी जी रूं दी बत्ती लै लैनी, उस रूं नूं कहंदे अपना जिहड़ा पेशाब आ ना उहदे नाल गिला कर लेना। फिर उहदे विच अपनी जिहड़ी विष्टा है ना उस रूं दे उत्ते कहंदे ला देनी, ते उस रूं नूं कहंदे चक के अपने कंन दे विच रख लेना। बस कंन विच रख के कहंदे फिर तुसीं है ना वो जिहड़ा कर्ण फसाचनी मंत्र हैगा ਉਹਦਾ ਕਹਿੰਦੇ ਫਿਰ ਤੁਸੀਂ ਅਭਿਆਸ ਕਰਨਾ। जद कहते तुसीं अपनी जिहड़ी चौंकी कलियां ला के अभ्यास करना, कुछ दिन अभ्यास करन तो बाद एक कर्ण फसाचनी जिहड़ा मंत्र सिद्ध हो जाऊगा। तो फिर वो जिहड़ी फसाचनी है ना जिहदा मंत्र हैगी है जदों सिद्ध हो गई, तुहाडे वस विच हो गई, उस तो बाद जदों तुसीं इस मंत्र का उच्चारण करोगे वो कर्ण फसाचनी जिहड़ी हैगी आ इस मंत्र की शक्ति नाल तुहाडे कंनां दे विच हाज़र हो जूगी। कोई भी कहते सज्जन है ना, कोई भी अपने दिल की गल पुछना चाहे, किसी तरह की कोई गल पुछनी चाहे, वो कर्ण फसाचनी जिहड़ी हैगी आ ओहदी गल दा जवाब तुहाडे कंन दे विच दसदी आ। तो फिर कहते तुसीं जिहड़ा हैगा वो गल वो प्रश्न वाले नाल है ना साझा कर सकते हैं। भाव की आ बहुत सारिया गल्लां दे जवाब जिहड़े है ना तुहानूं सहज दे विच कर्ण फसाचनी जिहड़ी आ दे दिंदी आ। उहदा दिता होया जवाब जिहड़ा है ना बिल्कुल दुरुस्त हुंदा है। कहने जदों ये गल हुई तो असीं चुप कर गए। असीं फिर कहंदे उसनूं कहा हैगा भी ये जिहड़ा मंत्र है असीं तेरे को लै नहीं सकते। कहंदे बड़ा सज्जन हैरान होया, कहंदा देखो जे इस मंत्र नूं लैण वास्ते बहुत लोकी मेरे पिछे तरलो मच्छी होए आ, ਲੱਖਾਂ रुपया मेरे मूहरे ढेरी कर दे, तुसीं ये मंत्र बड़ी छेती ठकराता, होया की आ। कहंदे भी पहली तो गल ये हैगी आ कि ये जिहड़ी मंत्र की सिद्धि तुसीं दसी है कि एक रूं लैके उस रूं नूं कहंदे अपने पेशाब दे नाल पूरी तरह गिला करके फिर अपनी विष्ठा जिहड़ी आ वो रूं दे नाल चारे पासे ला के इस रूं नूं कहंदे कंन 'च रख के ते मंत्र जपना हैगा। पर कहंदे गल ये हैगी कि असीं तां जिहड़े जानी कि गुरमुख प्यारियां रूहां जिहा इस तरह कह लो कि सवेरे उठ के अमृत वेले इशनान करदियां। इशनान का फल इन्ना हैगा कि इशनान तो गंगा इशनान तो भी वड्डा हैगा। हुण अमृत वेले का इशनान जिहड़ा मैं एक सानूं महात्मा दसदे आ कि जे ही 1000 गौ दान कर देनी, इहो जिहा फल अमृत वेले दे इशनान का हैगा। सो कहंदे जदों असीं ये सारा कुछ जिहड़ा अध्यात्मक कर्म परमेश्वर नूं प्रसन्न करन वास्ते करदे आ, पर अगर कंन दे विच असीं वो जिहड़ा रूं हैगा पूरी विष्ठा दे नाल उहदे दुआले ला के उहनूं कंन 'च रख लिया, तो साडा जिहड़ा कीता कराया ये सारा इशनान का जो कर्म हैगा ये तो सारा निसफल चलिया जाऊगा। इस करके असीं ये काम नहीं करना हैगा। फिर कहंदे सज्जन चुप कर गया। फिर कहंदे सानूं कहण लगा कि मैं आया तो बड़े उम्मीद दे नाल सीगा, खुशी नाल आया सी कि मैं तुहानूं कोई चीज़ देनी आ, पर तुसीं कहंदे कोरी ना कर दित्ती आ। कहंदे फिर मैं उन्होंने दस्सिया कि साडे गुरु साहब ने सानूं ये दस्सिया हैगा कि कोई ऐसा चीज़ नहीं लेनी, जिवें बाणी ने आख्या कोई ऐसा काम मूले ना कीचे जित अंत पछताईए। कोई ऐसा काम मुंड तो नहीं करना हैगा कि जिहदा परिणाम जिहड़ा नतीजा रिजल्ट पिछों पछतावा होवे। फिर कहंदे मैं उस बंदे नूं दस्सिया सी कि एक सज्जन जिहड़े है ना कोई बनारस विच रहिंदे सीगे, उन्होंने जिहड़ा है ना कर्ण फसाचनी मंत्र सिद्ध किया सीगा। पहला उन्हों की है ना बड़ी जिहड़ी सी इज्जत मान हुई सी, क्योंकि बहुत दुनिया नाल घुमदी सीगी। बस वो जो भी कोई गल पुछदा सीगा ना उहदा जिहड़ा जवाब सी बड़ा तसल्ली बख्श दिंदे सी, पर जिद्दां कहंदे सी उद्दां ही काम हो जांदा सी। वो कर्ण फसाचनी जिहड़ी सीगी है ना ਉਹਦੇ ਕੰਨ ਦੇ ਵਿੱਚ ਉਹਦਾ ਜਵਾਬ ਦੱਸਦੀ ਹੁੰਦੀ ਸੀ। ਸੱਜਣ ਇਸ ਤਰ੍ਹਾਂ ਕਰਦੇ ਹੁੰਦੀ ਸੀ ਕਿ ਰੂਈ ਲੈ ਕੇ ਉਸ ਰੂਹ ਨੂੰ ਆਪਣੇ ਪਿਸ਼ਾਬ ਦੇ ਨਾਲ ਗਿੱਲਾ ਕਰ ਲੈਂਦੇ ਹੁੰਦੇ ਸੀ ਅਤੇ ਆਪਣੀ ਵਿਸ਼ਟਾ ਉੱਤੇ ਲਾ ਕੇ ਕੰਨ 'ਚ ਰੱਖਦੇ ਸੀ, ਅਤੇ ਉਸ ਰੂਹ ਦੇ ਉੱਤੇ ਫਿਰ ਕੰਨ ਫਸਾਚਣੀ ਜਿਹੜੀ ਸੀ ਉਹ ਆ ਕੇ ਬੈਠ ਜਾਂਦੀ ਸੀ, ਅਤੇ ਬੈਠ ਕੇ ਫਿਰ ਉਹ ਕੰਨ ਦੇ ਵਿੱਚ ਉਹਨੂੰ ਸਾਰੀ ਗੱਲਾਂ ਦੇ ਜਿਹੜੀ ਜਵਾਬ ਨਾਲੋਂ ਨਾਲ ਦੇਈ ਜਾਂਦੀ ਸੀ। ਅਤੇ ਇਸ ਕਰਕੇ ਉਹ ਬੰਦੇ ਦੀ ਬੜੀ ਮਾਨਤਾ ਸੀਗੀ। ਪਰ ਅਖੀਰ ਜਦੋਂ ਇਹ ਭੇਦ ਖੁੱਲ੍ਹਾ ਵੀ ਤੈਨੂੰ ਇੰਨੀ ਜਿਹੜੀ ਸ਼ਕਤੀ ਆ ਜਾਂ ਜੋ ਤੂੰ ਗੱਲਾਂ ਦੱਸਦਾ ਸਿੱਧੀਆਂ ਜੋ ਤੇਰੇ ਕੋਲ ਹੈਗੀਆਂ ਉਹਦਾ ਅਸਲੀ ਭਾਵ ਕੀ ਆ, ਫਿਰ ਉਸ ਬੰਦੇ ਨੇ ਦੱਸਿਆ ਸੀਗਾ ਕਿ ਮੈਂ ਕर्ण ਫਸਾਚਨੀ ਮੰਤਰ ਦੇ ਨਾਲ ਹੈ ਨਾ ਇਹ ਇੱਕ ਕर्ण ਫਸਾਚਨੀ ਸਿੱਧ ਕਰ ਲਈ ਆ। ਹਰੇਕ ਗੱਲ ਕਹਿੰਦੇ ਮੇਰੇ ਕੰਨ 'ਚ ਦੱਸ ਦਿੰਦੀ ਆ।
फिर वो कहते साधु महात्मा ਜਿਹੜੇ ਉਹਨੂੰ ਮਿਲੇ ਸੀ ਉਹਨੂੰ ਕਹਿਣ ਲੱਗੇ ਅੱਛਾ ਤੂੰ ਕਹਿੰਦੇ ਦੁਨੀਆ ਦੀਆਂ ਤਾਂ ਗੱਲਾਂ ਸਾਰੀਆਂ ਪੁੱਛਦਾ ਦੇਖੋ ਪਰ ਆਪਣੀ ਕਦੀ ਮੌਤ ਦਾ ਵੀ ਪੁੱਛਿਆ ਵੀ ਕਿ ਮੇਰੀ ਮੌਤ ਕਿਵੇਂ ਹੋਣੀ ਆ। ਉਹ ਫਿਰ ਬੰਦਾ ਬੜਾ ਹੈਰਾਨ ਕਹਿੰਦੇ ਇਹ ਤਾਂ ਗੱਲ ਮੈਂ ਪੁੱਛੀ ਨਹੀਂ। ਕਹਿੰਦੇ ਪੁੱਛ ਕੇ ਤਾਂ ਦੇਖ। ਫਿਰ ਜਦੋਂ ਉਹਨੇ ਕਰਮ ਸਾਜ ਨੇ ਪੁੱਛਿਆ ਵੀ ਮੈਨੂੰ ਇਹ ਤੂੰ ਦੱਸ ਸਕਦੀ ਆ ਕਿ ਮੇਰੀ ਮੌਤ ਕਦੋਂ ਹੋਊਗੀ। ਪਰ ਦੇਖੋ ਕਰਮ ਸਾਜਣੀ ਨੇ ਉਹਨੂੰ ਬਿਲਕੁਲ ਪੱਕਾ ਦੱਸ ਦਿੱਤਾ ਕਿ ਤੇਰੀ ਮੌਤ ਜਿਹੜੀ ਹੈ ਨਾ ਫਲਾਣੇ ਘਾਟ ਦੇ ਉੱਤੇ ਜਾਂ ਗੰਗਾ ਇਸ਼ਨਾਨ ਦੇ ਕੰਢੇ ਦੇ ਉੱਤੇ ਨਦੀ ਦੇ ਉੱਤੇ ਹੋਣੀ ਆ। ਅਤੇ ਸਾਰਾ ਕੁਛ ਉਹਨੂੰ ਕਲੀਅਰ ਦੱਸ ਦਿੱਤਾ। ਫਿਰ ਉਹਨੇ ਮਨ 'ਚ ਸੋਚਿਆ ਅੱਛਾ ਅਗਰ ਮੇਰੀ ਜਿਹੜੀ ਮੌਤ ਹੈਗੀ ਕਿਸੇ ਪਵਿੱਤਰ ਜਾਣੀ ਸਥਾਨ 'ਤੇ ਹੋਊਗੀ ਜਿੱਥੇ ਸਾਧੂਆਂ ਦਾ ਨਿਵਾਸਾ ਹੋਊਗਾ ਅਤੇ ਫਿਰ ਮੇਰੀ ਗਤੀ ਜਿਹੜੀ ਹੈਗੀ ਆ ਉਹ ਬੜੀ ਸਧਾਰਨ ਹੋ ਜੂਗੀ। ਇਹ ਸੋਚ ਕੇ ਉਹ ਬੰਦਾ ਖੁਸ਼ ਹੋ ਗਿਆ। ਪਰ ਜਿੱਦਣ ਉਹਦੀ ਮੌਤ ਦੇ ਜਾਣੀ ਕਿ 2-4 ਦਿਨ ਰਹਿੰਦੇ ਸੀ ਹਜੇ ਉਹ ਜਾਣ ਦੀ ਤਿਆਰੀ ਕਰ ਰਿਹਾ ਸੀਗਾ ਕਿ ਉਹ ਜਿਹੜੀ ਕਰਮ ਸਾਚਣੀ ਸੀਗੀ ਜਿਹੜੀ ਉਹਦੇ ਕੰਨ ਦੇ ਵਿੱਚ ਸਾਰੀਆਂ ਗੱਲਾਂ ਦੱਸਦੀ ਹੁੰਦੀ ਸੀ ਜਿਹੜੀ ਉਹਨੇ ਸਿੱਧ ਕੀਤੀ ਸੀਗੀ ਉਹ ਜਿੱਦਣ ਉਹਨੂੰ ਜਾਣ ਲੱਗਾ ਉਹ ਬਿਲਕੁਲ ਹੈ ਨਾ ਮੋਹਰੇ ਪ੍ਰਗਟ ਹੋ ਕੇ ਸਾਹਮਣੇ ਖੜ੍ਹ ਗਏ। ਸਾਹਮਣੇ ਖੜ੍ਹ ਕੇ ਉਹ ਹੈਰਾਨ ਹੋ ਗਿਆ। ਉਹਦਾ ਐਡਾ ਜਾਣੀ ਕਿ ਕਰੂਪ ਦੇਖ ਕੇ ਉਹ ਡਰ ਗਿਆ। ਉਹ ਕਹਿਣ ਲੱਗਾ ਵੀ ਤੂੰ ਕੌਣ। ਕਹਿੰਦੀ ਮੈਂ ਉਹੀ ਹਾਂ ਜਿਹੜੀ ਤੇਰੇ ਕੰਨ ਦੇ ਵਿੱਚ ਤੈਨੂੰ ਸਾਰੀਆਂ ਗੱਲਾਂ ਦੱਸਦੀ ਸੀ। ਉਹ ਕਹਿੰਦਾ ਵੀ ਤੂੰ ਕਿਵੇਂ ਮੇਰੇ ਸਾਹਮਣੇ ਪ੍ਰਗਟ ਹੋ ਗਈ। ਉਹ ਕਹਿਣ ਲੱਗੇ ਕਿ ਹੁਣ ਤੂੰ ਮੈਨੂੰ ਛੱਡ ਕੇ ਜਾ ਰਿਹਾ ਹੈਗਾ ਮੈਂ ਤਾਂ ਤੇਰੇ ਸਾਹਮਣੇ ਆਈ ਹਾਂ ਪਰ ਇੱਕ ਚੀਜ਼ ਦਾ ਖਿਆਲ ਰੱਖੀ ਤੂੰ ਸਾਰੀ ਉਮਰ ਮੈਨੂੰ ਵਰਤਦਾ ਰਿਹਾ ਹੈਗਾ ਪਰ ਹੁਣ ਮੈਂ ਤੈਨੂੰ ਜਾਣ ਨਹੀਂ ਦੇਣਾ ਹੈਗਾ। ਅਗਰ ਤੂੰ ਮਰੂੰਗਾ ਹੈ ਨਾ ਅਤੇ ਤੂੰ ਮੇਰੇ ਕੋਲ ਹੀ ਮਰੂੰਗਾ ਮੈਂ ਤੈਨੂੰ ਆਪਣੀ ਦੁਨੀਆ ਦੇ ਵਿੱਚ ਮਾਲਾ ਲਾਉਂਗੀ। ਉਹ ਦੱਸਦੇ ਆ ਫਿਰ ਉਹ ਬੰਦਾ ਜਿਹੜਾ ਸੀਗਾ ਹੈ ਨਾ ਬਨਾਰਸ ਵਾਲਾ ਮਹਾਤਮਾ ਦੱਸਦੇ ਸੀਗੇ ਕਹਿੰਦੇ ਫਿਰ ਉਹ ਕਰਨ ਸਾਚਣੀ ਜਿਹੜੀ ਸੀਗੀ ਉਹਨੇ ਉਸ ਨੂੰ ਆਪਣੇ ਲਪੇਟੇ 'ਚ ਲੈ ਲਿਆ ਸੀਗਾ। ਫਿਰ ਉਹਦੀ ਜਾਨ ਨਾ ਨਿਕਲਿਆ। ਆਖਰੀ ਸਮਾਂ ਜਿਹੜਾ ਸੀਗਾ ਨਾ ਉਹ ਬਹੁਤ ਤੜਫ ਕੇ ਉਹਨੇ ਕੱਢਿਆ। ਅਖੀਰ ਫਿਰ ਉਹ ਜਦੋਂ ਉਹਦੀ ਮੌਤ ਹੋਈ ਫਿਰ ਦੇਖੋ ਉਸੇ ਹੀ ਦੁਨੀਆ ਦੇ ਵਿੱਚ ਉਹ ਮਿਲ ਗਿਆ ਸੀਗਾ। ਭਾਵ ਕੀ ਆ ਜਿੰਨੀ ਵੀ ਉਹਨੇ ਮਿਹਨਤ ਕੀਤੀ ਸੀ ਜਾਂ ਦੁਨੀਆ ਵਿੱਚ ਜੋ ਵਾਹ ਉਹਨੇ ਖੱਟੀ ਸੀਗੀ ਧਨ ਦੌਲਤ ਸ਼ੋਹਰਤ ਵੱਡੇ ਸੇਠ ਉਹਦੇ ਆਉਂਦੇ ਹੁੰਦੇ ਸੀਗੇ ਕਿ ਇਹ ਹਰੇਕ ਗੱਲ ਦਾ ਜਵਾਬ ਜਿਹੜਾ ਹੈ ਦਿੰਦਾ ਹੈਗਾ। ਲੇਕਿਨ ਦੇਖੋ ਜਦ ਮੌਤ ਆਈ ਆ ਉਹ ਕਰਮ ਸਾਚਣੀ ਜਿਹੜੀ ਸੀ ਸਭ ਕੁਛ ਖੋਹ ਕੇ ਲੈ ਕੇ ਉਹਨੂੰ ਪੂਰੇ ਨਰਕਾਂ ਦੇ ਵਿੱਚ ਧਕੇਲ ਦਿੱਤਾ ਆਪਣੀ ਦੁਨੀਆ 'ਚ ਲੈ ਗਈ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਅਗਰ ਕੋਈ ਵੀ ਕਿਸੇ ਤੋਂ ਮੰਤਰ ਲੈਣਾ ਹੈ ਨਾ ਐਸਾ ਮੰਤਰ ਨਹੀਂ ਲੈਣਾ ਜਿਹੜਾ ਸਾਨੂੰ ਰੱਬ ਦੇ ਨਾਲ ਤੋੜ ਦੇਵੇ ਅਤੇ ਇਸ ਵਿਸ਼ੇ ਵਿਕਾਰੀ ਦੁਨੀਆ ਜਾਂ ਮਲੀਨ ਦੁਨੀਆ ਦੇ ਨਾਲ ਜੋੜ ਦੇਵੇ। ਇਸ ਚੀਜ਼ ਦਾ ਨਾ ਸਾਨੂੰ ਬੜਾ ਖਿਆਲ ਰੱਖਣਾ ਚਾਹੀਦਾ ਹੈਗਾ। ਇਸ ਕਰਕੇ ਅਸੀਂ ਉਹ ਮੰਤਰ ਲੈਣਾ ਹੈਗਾ ਜਿਹੜਾ ਮੰਤਰ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਦਿੰਦਾ ਹੈਗਾ। ਅਤੇ ਜਿੱਥੇ ਇਨਸਾਨ ਜਿਹੜਾ ਪਰਮੇਸ਼ਰ ਦੇ ਨਾਲ ਜੁੜਦਾ ਹੈਗਾ ਉੱਥੇ ਕਰਨ ਸਾਚਣੀ ਤੱਕ ਹੀ ਹੈਗੀ ਆ। ਉੱਥੇ ਤੁਸੀਂ ਹੈ ਨਾ ਜੋ ਵੀ ਕੁਛ ਹੈਗਾ ਜੋ ਮੰਗੇ ਠਾਕਰ ਆਪਣੇ ਸੋਈ ਪਾਵੇ ਉਹ ਚੀਜ਼ ਪ੍ਰਤੱਖ ਤੌਰ 'ਤੇ ਪ੍ਰਗਟ ਹੋ ਜਾਂਦੀ ਹੈ। ਪਰ ਹੁੰਦੀ ਉਦੋਂ ਹੀ ਆ ਜਦੋਂ ਉਹ ਮੰਤਰ ਜਿਹੜਾ ਹੈ ਨਾ ਵਾਹਿਗੁਰੂ ਨੂੰ ਜੋੜਨ ਨਾਲ ਉਹ ਸਿੱਧ ਹੋ ਜਾਵੇ। ਜਦੋਂ ਅੱਖਰ ਸਿੱਧ ਹੋ ਜਾਂਦਾ ਹੈ ਨਾ ਫਿਰ ਉਹਦੀ ਜਾਰੀ ਕਰਾਮਾਤ ਹੋ ਜਾਂਦੀ ਅਤੇ ਸਿੱਧ ਹੋਣ ਵਾਸਤੇ ਵਾਹਿਗੁਰੂ ਦੀ ਪ੍ਰਸੰਨਤਾ ਬੜੀ ਜ਼ਰੂਰੀ ਹੈਗੀ ਆ। ਜਦੋਂ ਵਾਹਿਗੁਰੂ ਦਿਆਲ ਹੋ ਜਾਵੇ ਪ੍ਰਸੰਨ ਹੋ ਜਾਵੇ ਹੈ ਨਾ ਫਿਰ ਆਪਣੇ ਸੇਵਕ ਨੂੰ ਸਾਰਾ ਕੁਛ ਬਖਸ਼ ਦਿੰਦਾ ਹੈਗਾ। ਪਰ ਸੇਵਕ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਲੋਭ ਨਹੀਂ ਹੋਣਾ ਚਾਹੀਦਾ। ਬਿਲਕੁਲ ਨਿਵਾਣਾ ਹੋ ਕੇ ਸ਼ੁਕਰੀਆ ਕਰਦਾ ਹੋਇਆ ਉਸ ਮੰਤਰ ਦਾ ਜਾਪ ਜਪਣਾ ਚਾਹੀਦਾ ਹੈਗਾ। ਸਮਾਂ ਕਰਦੇ ਇਹ ਜਿਹੜਾ ਮੰਤਰ ਦੇ ਅੱਖਰ ਵਾ ਜਿਹੜੇ ਜਪਦਾ ਸਮਾਂ ਪਾ ਕੇ ਕੱਸ ਜਾਣਗੇ ਅਤੇ ਜਿਹੜੀ ਮੰਤਰ ਦੀ ਸ਼ਕਤੀ ਹੈ ਨਾ ਫਿਰ ਅੰਦਰ ਪ੍ਰਬਲ ਹੋ ਜਾਊਗੀ। ਪਰ ਉਹਦੇ ਵਿੱਚ ਵੀ ਜਿਹੜੇ ਗੁਰਸਿੱਖ ਪਿਆਰੇ ਆ ਨਾ ਇਸ ਮੰਤਰ ਦੀ ਸ਼ਕਤੀ ਨੂੰ ਅੰਦਰ ਲੁਕੋ ਕੇ ਰੱਖਦੇ ਆ। ਪਰ ਹਾਂ ਕਿਤੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਸੰਗਤ ਦੀ ਭਲਾਈ ਵਾਸਤੇ ਹੈ ਨਾ ਇਹ ਜਿਹੜਾ ਮੰਤਰ ਹੈਗਾ ਇਹਦਾ ਇਸਤੇਮਾਲ ਵੀ ਕਰ ਲੈਂਦੇ ਆ। ਪਰ ਜਦੋਂ ਉਹ ਇਹਦਾ ਇਸਤੇਮਾਲ ਕਰਦੇ ਆ ਉਸ ਟਾਈਮ ਵਾਹਿਗੁਰੂ ਨਾਰਾਜ਼ ਨਹੀਂ ਹੁੰਦੇ ਕਿਉਂਕਿ ਉਸ ਟਾਈਮ ਜਿਹੜੀ ਹੈ ਨਾ ਉਹਨਾਂ ਕੋਲ ਫਿਰ ਡਾਢੀ ਜ਼ਰੂਰਤ ਹੁੰਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਕੋਈ ਵੀ ਚੀਜ਼ ਜਿਹੜੀ ਅਸੀਂ ਸਿੱਧ ਕਰਨੀ ਆ ਨਾ ਬਸ ਉਸ ਸਿੱਧ ਮੰਤਰ ਦੇ ਨਾਲ ਅਸੀਂ ਦੁਨੀਆ ਦਾ ਜਿਹੜਾ ਭਲਾ ਕਰਨਾ ਹੈਗਾ ਨਾ ਕਿ ਕਿਸੇ ਦਾ ਨੁਕਸਾਨ ਕਰਨਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਹੈ ਨਾ ਸਵਾਲ ਜਿਹੜੇ ਉਹ ਸਾਡੇ ਅੰਦਰ ਜਿਹੜੇ ਉਹ ਪੈਦਾ ਹੋ ਜਾਂਦੇ ਆ ਕਿ ਅਸੀਂ ਐਸੀ ਚੀਜ਼ ਕਰਨੀ ਹੈਗੀ ਜਿਹਦੀ ਦੁਰਵਰਤੋਂ ਨਾ ਹੋਵੇ। ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਮੰਤਰ ਹੈਗੇ ਆ। ਇਹ ਕਮਾਲ ਦੀ ਖੇਡ ਹੈਗੀ ਆ। ਇਹਨਾਂ ਮੰਤਰਾਂ ਦੇ ਵਿੱਚੋਂ ਦਾਸ ਨੇ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਸੱਜਣ ਦੇ ਪਾਸ ਐਸਾ ਮੰਤਰ ਸੀਗਾ ਜਿਸ ਮੰਤਰ ਨੂੰ ਉਹ ਤਾਂਬੇ 'ਤੇ ਪੜ੍ਹ ਦਿੰਦਾ ਸੀ ਉਹਦਾ ਸੋਨਾ ਬਣ ਜਾਂਦਾ ਸੀਗਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਬਿਲਕੁਲ ਕਾਬਲੇ ਤਾਰੀਫ ਹੈਗੀਆਂ ਕਿਉਂ ਇਹੋ ਜਿਹੀਆਂ ਗੱਲਾਂ ਤਾਂ ਕਦੀ ਵਜੂਦ ਨਹੀਂ ਹੁੰਦਾ। ਕਿਸੇ ਨਾ ਕਿਸੇ ਕੋਲ ਇਹੋ ਜਿਹੀ ਜਿਹੜੀ ਨਾ ਵਿੱਦਿਆ ਜ਼ਰੂਰ ਹੁੰਦੀ ਹੈ। ਜਿਵੇਂ ਮਹਾਤਮਾ ਦੱਸਦੇ ਇੱਕ ਸੱਜਣ ਦੇ ਕੋਲ ਵੀ ਇਹ ਕਹਿੰਦੇ ਸਾਡੇ ਦੇਖਦਿਆਂ ਸਾਰੇ ਵਿੱਦਿਆ ਸੀਗੀ ਅਤੇ ਲੇਕਿਨ ਕਿਸੇ ਗਰੀਬ ਲੜਕੀ ਦਾ ਵਿਆਹ ਸੀਗਾ। ਉਹ ਸੱਜਣ ਉਹ ਮਹਾਤਮਾ ਕੋਲ ਮਦਦ ਵਾਸਤੇ ਆਇਆ ਸੀਗਾ। ਮਹਾਤਮਾ ਕਹਿਣ ਲੱਗੇ ਕਿ ਅਸੀਂ ਪੈਸੇ ਧੇਲਣਾ ਤੇ ਤੇਰੀ ਮਦਦ ਨਹੀਂ ਕਰ ਸਕਦੇ ਪਰ ਸਾਡੇ ਪਾਸ ਇੱਕ ਵਿੱਦਿਆ ਹੈਗੀ ਆ।
इस विद्या नूं तूं इस तरह तारा कर, कोई तूं तांबे की चीज़ लै उत्ते असीं विद्या पढ़ दिंदे आ, तो फिर जद इहदा सोना जिहड़ा बन जाएगा वो सोना तू बाजार ते बेच के फिर अपनी बच्ची की शादी कर सकदा। देखो महापुरखां ने तो परोपकार वास्ते कीता हैगा। हुण सज्जण नूं पता नहीं सी, वो सज्जण घर दे विच ना एक तांबे की गड़बी सी वो लै आया सीगा। जदों गड़बी लिआंदी तांबे की, तो देखो महात्मा ने उस तांबे की गड़बी के उपर ही देखो मंत्र पढ़ता, सोने की बन गई। पर जब सोने की गड़बी बनी आ तो वह फिर सनियारे को अपने गड़बी देन चल गया। पर सनियारा गहने तो सोने के नहीं देखे, पर सोने की गड़बी नहीं देखी। वो बड़ा हैरान हो गया भी कि गरीब बंदे को सोने की गड़बी कित्थों आ गई। उन्हें की कीता, ओहदी जिहड़ी सारी गड़बी की रिपोर्ट सीगी भी ये तो कोई चोर आ। उन्हें की कीता, जिहड़ा उत्थे दा मेन हाकम सीगा, उस हाकम के पास जिहड़ी सी गरीब की शिकायत कर दी भी ये बंदा चोर आ, किसी की सोने की गड़बी जिहड़ी चरा के लाया, हो सकता है ढाडी होवे। पर फिर वो जिहड़ा हाकम सीगा उन्हें जो घर का सारा हिसाब देखिया, उन्हें कहा भी मेरे घरों तो कोई चीज़ चोरी नहीं हुई। फिर उसने कहा भी गड़बी कित्थों आई, जब उन्हें दिखाली सी उस हाकम ने। फिर हाकम ने कहा वो बंदा पेश करो। फिर जिहड़ा बंदा पेश किया, फिर उन्हें दसा भी ये गड़बी जिहड़ी सी तांबे की सी, पर महात्मा ने मंत्र पढ़ के जिहड़ी सी सोने की की, तां जो मैं अपनी बच्ची की शादी कर सकां। फिर देखो उस ही हाकम ने फिर महात्मा ने जिहड़ा सी अपने पास बुला लिया, तो उन्होंने कहन लगा कि मेरे जिहड़े जिन्ने भी भांडे आ ना उन्हां ते तू मंत्र पढ़, सारे सोने दे कर। पर महात्मा कहन लगे कि मैं अपनी जान तो दे सकता है, पर तेरे वर्गे लोभी हाकम के जिहड़े भांडे आ सोने दे नहीं बना सकदा। सो कहण तो भाव ये हैगा कि कई बारी ये जिहड़े मंत्र हैगे आ, ये कई बारी संतां महात्मा जिहड़े विद्या जाणदे उन्होंने खतरे विच भी पा सकदे आ। सो इन्हां तो हुण थोड़ी सुचेत होण दी लोड़ हैगी आ। सो कहण तो भाव इन्ना ही हैगा कि अगर किसी के पास कोई मंत्र होवे, चाहे वो कोई भी होवे, उसनूं बड़ा संकोच के वरतना चाहिदा हैगा। तो ये जिहड़े सिद्ध मंत्र वा ना, जिहड़े बड़े बड़े महात्मा के पास हुंदे आ, अगर कोई खुश होकर किसी ने कोई मंत्र का जाप दे दे तो हाँ इस तरह है कि वो भलाई वास्ते जिहड़ा वरत्या जा सकदा, पर किसी का नुकसान ना होवे, इस चीज़ का ज़्यादा ख्याल रखना चाहिदा हैगा। क्यों, हरेक ने एक ना एक दिन इस संसार तो जाना हैगा। जदों संसार छड्डना हैगा तो उत्थे फिर रब की दरगाह दे विच शुभ जिहड़े अमल है ना, उन्हां अमलों के निबेड़े होने आ। तदे सानूं सियाणे कहंदे आ कि उत्थे अमलों के होणगे निबेड़े, तो जात किसे पुछनी नहीं। इस करके शुभ अमल शुभ कर्म जिहड़े है वो ही साडे नाल जाने है। इस करके असीं नेक कर्म करने आ तां जो साडी दरगाह 'च शर्मिंदगी ना होवे, साडा लोक ते परलोक दोने से ले सकण। सो दास इन्नियां ही बेनतियां करदा होया खिमा दा जाचको अजी होइयां बेअंत भुलां चुकां दी खिमा बख्शणी। सो फतेह बुलाओ। वाहिगुरू जी का खालसा, वाहिगुरू जी की फतेह।